गौरी झगड़ा एक नबेरो राम, जो तुम अपने जन सौ काम। रहाओ ए मन बड़ा, के जा सौ मन मानिया। राम बड़ा, के राम मैं जानिया। ब्रह्मा बड़ा, के जास उपाया। वेद बड़ा, के जहाँ ते आया। कह कबीर, हों भया उदास। तीर्थ बड़ा, के हर का दास। वाहिगुरु जी का खालसा, वाहिगुरु जी की फतेह। ਬਾਣੀ ਦੀ ਵਿਚਾਰ ਕਰਨ ਦੇ ਨਾਲ ਕਿਤਨੇ ਭੁਲੇਖੇ ਦੂਰ ਹੁੰਦੇ ਹਨ। ਭਗਤ ਕਬੀਰ ਜੀ ਨੇ ਪਰਮਾਤਮਾ ਨਾਲ ਸਿੱਧੀ ਗੱਲ ਕੀਤੀ ਹੈ। ਇਹਦਾ ਮਤਲਬ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ। ਜਿਵੇਂ ਇੱਕ ਪਿਓ ਪੁੱਤਰ ਆਪਸ ਵਿੱਚ ਦਿਲ ਦੀਆਂ ਗੱਲਾਂ ਕਰ ਲੈਂਦੇ ਹਨ, ਇਸੇ ਤਰ੍ਹਾਂ ਇੱਕ ਭਗਤ ਭਗਵਾਨ ਨਾਲ ਗੱਲਾਂ ਕਰ ਲੈਂਦੇ। ਔਰ ਕਈ ਵਾਰੀ ਭਗਵਾਨ ਨੂੰ ਇਹ ਗੱਲ ਕਹਿਣੀ ਪੈਂਦੀ ਹੈ ਕਿ ਮੇਰੀ ਬਾਂਦੀ ਭਗਤ ਛਡਾਵੇ। बांदी भगत न छूटे मोहे, एक समय मोह को गह बांधे। तो फुन मोह पे जवाब न होए। सचमुच आग्याकारी पुत्र अपने माता पिता का दिल जित लेंदा और माता पिता नूं अपने आग्याकारी पुत्र की गल ਮੋੜਨ ਦਾ ਹੀਆ ਨਹੀਂ ਪੈਂਦਾ। ਭਗਤ ਕਬੀਰ ਜੀ ਦੀ ਇਸ ਗੱਲਬਾਤ ਤੋਂ ਸਾਨੂੰ ਕਿਤਨੀ ਵੱਡੀ ਪ੍ਰੇਰਨਾ ਮਿਲਦੀ ਕਿ ਅੱਜ ਲੋਕ ਪਰਮਾਤਮਾ ਦਾ ਪੱਲਾ ਛੱਡ ਕੇ ਕਰਮ ਕਾਂਡਾਂ ਦੇ ਚੱਕਰ ਵਿੱਚ ਫਸੇ ਹੋਏ ਹਨ। ਕੋਈ ਤੀਰਥਾਂ ਦੇ ਚੱਕਰ ਵਿੱਚ ਫਸਿਆ ਹੋਇਆ, ਕੋਈ ਕਰਮ ਕਾਂਡ ਕਰਕੇ ਆਪਣੇ ਆਪ ਨੂੰ ਵੱਡਾ ਭਗਤ ਸਮਝਦੇ। ਪਰ ਜਦੋਂ ਭਗਤਾਂ ਦੀ ਗੱਲ ਪੜ੍ਹਦੇ ਹਾਂ ਉਹ ਪਿਆਰ ਵਿੱਚ ਆ ਕੇ ਕਹਿੰਦੇ ਨੇ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ। ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਸਾਧ ਸੰਗਤ ਬਿਨ ਭਾਉ ਨਹੀਂ ਉਪਜੈ। ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ। ਪੈਜ ਰੱਖੋ ਰਾਜਾ ਰਾਮ ਮੇਰੀ। ਜਿਉਂ ਜਿਉਂ ਭਗਤ ਬਾਣੀ ਨੂੰ ਵਿਚਾਰਦੇ ਹਾਂ ਤਾਂ ਇਹ ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ ਨੇ ਕਿ ਭਗਤਾਂ ਨੇ ਸੱਚੇ ਮਨੋਂ ਪਰਮਾਤਮਾ ਦੀ ਭਗਤੀ ਕਰਕੇ ਉਸ ਨੂੰ ਕਿਤਨਾ ਪ੍ਰਸੰਨ ਕਰ ਰਿਹਾ। ਤੋ ਇਸ ਸ਼ਬਦ ਦੀ ਰਹਾਉ ਦੀ ਪੰਗਤੀ ਜੋ ਸ਼ਬਦ ਦਾ ਪਹਿਲਾ ਹੀ ਪਦਾ ਹੈ, ਜਿਸ ਵਿੱਚ ਰਾਮ ਨੂੰ ਸੰਬੋਧਨ ਕਰਕੇ ਭਗਤ ਜੀ ਕਹਿੰਦੇ ਹਨ ਝਗੜਾ ਏਕ ਨਬੇਰੋ ਰਾਮ। ਹੇ ਰਾਮ ਜੀ, ਇਸ ਝਗੜੇ ਨੂੰ ਨਿਬੇੜ ਨਾ ਕਰੋ, ਭਾਵ ਇਸ ਉਲਝਣ ਦਾ ਹੱਲ ਕਰੋ, ਇਸ ਮੇਰੇ ਸਵਾਲ ਦਾ ਜਵਾਬ ਦੇਣਾ ਕਰੋ। ਜੋ ਤੁਮ ਆਪਣੇ ਜਨ ਸੋ ਕਾਮ। ਜੇ ਤੁਹਾਨੂੰ ਆਪਣੇ ਸੇਵਕ ਨਾਲ ਕੰਮ ਹੈ, ਭਾਵ ਜੇ ਤੂੰ ਮੈਨੂੰ ਆਪਣੇ ਚਰਨਾਂ ਵਿੱਚ ਜੋੜੀ ਰੱਖਣਾ ਚਾਹੁੰਦਾ ਤਾਂ ਮੇਰਾ ਇਹ ਸ਼ੰਕਾ ਦੂਰ ਕਰ। ਸੱਚਮੁੱਚ ਸ਼ੰਕੇ ਦੀ ਕੋਈ ਬਹੁਤ ਵੱਡੀ ਵੈਲਿਊ ਤਾਂ ਨਹੀਂ ਹੁੰਦੀ, ਪਰ ਇੱਕ ਸ਼ੰਕਾ ਕਈ ਵਾਰੀ ਬੜੀ ਰੁਕਾਵਟ ਬਣ ਜਾਂਦੀ।
मैं देखता हाँ प्रेरणा ਦਾ ਸਦਕਾ ਕਈ ਪ੍ਰੇਮੀ ਪਾਠ ਕਰਦੇ ਨੇ, ਪਰ ਜਿੱਥੇ ਉਹਨਾਂ ਨੂੰ ਕੋਈ ਗੱਲ ਸਮਝ ਵਿੱਚ ਨਹੀਂ ਆਉਂਦੀ ਉਹ ਫਿਰ ਉੱਥੇ ਅਟਕ ਜਾਂਦੇ। ਅਤੇ ਜਿਹੜੇ ਸਹੀ ਜਗਿਆਸੂ ਹਨ ਉਸ ਸ਼ੰਕੇ ਦੀ ਨਿਵਰਤੀ ਕੀਤੇ ਤੋਂ ਬਿਨਾਂ ਅੱਗੇ ਤੁਰਦੇ ਨਹੀਂ, ਅਤੇ ਜਿਨ੍ਹਾਂ ਨੇ ਸਿਰਫ ਫਾਰਮੈਲਿਟੀ ਕਰਨੀ ਹੁੰਦੀ ਉਹ ਕਰੀ ਜਾਂਦੇ। ਹੁਣੇ ਕਿਸੇ ਗੁਰੂ ਪਿਆਰੇ ਦਾ ਫੋਨ ਆ ਰਿਹਾ ਸੀ, ਉਹ ਇਹ ਪੁੱਛਦੇ ਨੇ ਕਿ ਮੈਂ ਪਾਠ ਕਰ ਰਿਹਾ ਸ੍ਰੀ ਰਾਗ ਵਿੱਚ, ਅਤੇ ਉਹਦੇ 'ਚ ਪੰਗਤੀ ਆ ਰਹੀ ਹੈ ਊਚੋ ਮਹਿਲ ਸੁਹਾਵਣੋ। ਉਸ ਵਾਹਿਗੁਰੂ ਅਕਾਲ ਪੁਰਖ ਦਾ ਟਿਕਾਣਾ ਬਹੁਤ ਉੱਚਾ ਹੈ, ਪਰ ਉਸ ਟਿਕਾਣੇ ਤੱਕ ਕਿਵੇਂ ਪਹੁੰਚਿਆ ਜਾ ਸਕਦਾ। ਨਾਲ ਅਗਲੀ ਪੰਗਤੀ ਜੋ ਉਹਨਾਂ ਨੇ ਪੜ੍ਹੀ, ਕਹਿੰਦੇ ਮੈਨੂੰ ਸਮਝ ਨਹੀਂ ਆ ਰਹੀ। ਜਦੋਂ ਮੈਂ ਉਹ ਪੰਗਤੀ ਸੁਣੀ, ਮੈਂ ਉਹਨਾਂ ਨੂੰ ਦੱਸਿਆ ਕਿ ਮਹਾਰਾਜ ਕਹਿੰਦੇ ਨੇ ਸੱਚ ਕਰਨੀ ਦੇ ਪਾਈਏ, ਦਰ ਘਰ ਮਹਿਲ ਪਿਆਰ। ਭਗਤ ਨੂੰ ਸੱਚੇ ਮਨੋਂ ਪਰਮਾਤਮਾ ਦੀ ਭਗਤੀ ਕਰਨੀ ਪੈਂਦੀ। ਅੱਜ ਅਸੀਂ ਆਪਣੇ ਇਰਦ ਗਿਰਦ ਵੇਖਦੇ ਹਾਂ ਕਿ ਲੋਕ ਦਿਖਾਵਿਆਂ ਵਿੱਚ ਪਏ ਹੋਏ ਹਨ। ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਵੀ ਰੋਜ਼ ਸਮਝਾਉਂਦੇ ਨੇ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ, ਬੈਠ ਰਹੇ ਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ, बास कियो बिखयान सु बैठ के, ऐसे ही ऐसे तो बैस बितायो, सच कहो सुन ले हो सबे, जिन प्रेम कियो तिन ही प्रभ पायो। प्रेम विच कोई पखंड नहीं चल सकता। प्रेम जिसने करना है उन्होंने पखंड करने की कोई लोड़ नहीं, पर लोग की कर रहे हैं। काहू लै पाहन पूज धरियो सिर, काहू लै लिंग गरे लटकायो, काहू लख्यो हरे अवाची दिशा में, काहू पछाह को शीश निभायो, को बुतान को पूजत हैं पास, को मृतान को पूजन धायो, कूर क्रिया उर्जो सभी ही जग, श्री भगवान को भेद न पायो। ਭਗਤ ਜੀ ਕਹਿੰਦੇ ਨੇ ਜੇ ਤੁਸੀਂ ਮੈਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਚਾਹੁੰਦੇ ਹੋ, ਮੇਰੀ ਪ੍ਰੀਤ ਬਣੀ ਰਹੇ, ਤਾਂ ਫਿਰ ਇਹ ਮੇਰਾ ਸ਼ੰਕਾ ਦੂਰ ਕਰੋ। ਝਗੜਾ ਏਕ ਨਭੇਰੋ ਰਾਮ। हे राम जी, इस शंके का जवाब दियो, जो तुम अपने जन सो काम। ਹੁਣ ਭਗਤ ਜੀ ਆਪਣਾ ਸ਼ੰਕਾ ਪ੍ਰਗਟ ਕਰਦੇ, ਇਹ ਮਨ ਬੜਾ ਕਿ ਜਾ ਸੋ ਮਨ ਮਾਨਿਆ। ਇੱਕ ਤਾਂ ਮੈਨੂੰ ਇਹ ਦੱਸੋ ਕਿ ਇਹ ਮਨ ਵੱਡਾ ਹੈ ਕਿ ਜਿਹਦੇ ਨਾਲ ਮਨ ਪਤੀਜ ਜਾਂਦਾ, ਜਿਹਦੇ ਪ੍ਰੇਮ ਕਰਕੇ ਮਨ ਦੀ ਤਸੱਲੀ ਹੋ ਜਾਂਦੀ ਹੈ, ਮਨ ਟਿਕ ਜਾਂਦਾ। ਇਹਨਾਂ ਦੋਵਾਂ ਵਿੱਚੋਂ ਵੱਡਾ ਕੌਣ ਹੈ? ਇਹ ਮਨ ਬੜਾ ਕਿ ਜਾ ਸੋ ਮਨ ਮਾਨਿਆ। ਜਿਹਦਾ ਨਾਮ ਜਪਣ ਕਰਕੇ ਮਨ ਦੀ ਤਸੱਲੀ ਹੋ ਜਾਂਦੀ, ਮਨ ਪਤੀਜ ਜਾਂਦਾ, ਮਨ ਦੀ ਭਟਕਣਾ ਮੁੱਕ ਜਾਂਦੀ। ਇਹਨਾਂ ਦੋਵਾਂ ਵਿੱਚੋਂ ਵੱਡਾ ਕੌਣ ਹੈ? ਬੜਾ ਗੰਭੀਰ ਸਵਾਲ ਹੈ। ਅਸੀਂ ਤਾਂ ਕਦੇ ਇਸ ਗੱਲ ਨੂੰ ਵਿਚਾਰਿਆ ਹੀ ਨਹੀਂ। ਅਸੀਂ ਤਾਂ ਹਾਲੀ ਤੱਕ ਇੱਥੇ ਅਟਕੇ ਹੋਏ ਹਾਂ। ਉਹ ਜੀ ਨਿਤਨੇਮ ਕਰਨ ਦੀ ਕੀ ਲੋੜ ਹੈ? ਨਿਤਨੇਮ ਕਰਨਾ ਜ਼ਰੂਰੀ ਹੈ ਜੀ। ਫਿਰ ਕਈ ਪੁੱਛਣਗੇ ਨਿਤਨੇਮ ਕਰਨ ਨਾਲ ਕੀ ਹੋ ਜਾਂਦਾ ਜੀ? ਨਿਤਨੇਮ ਕਰਨ ਨਾਲ ਮੈਨੂੰ ਕੁਝ ਮਿਲੇਗਾ ਕਿ ਨਹੀਂ ਮਿਲੇਗਾ? ਇਹੋ ਜਿਹੇ ਸਵਾਲ ਕਰ। ਭਗਤ ਜੀ ਕਹਿੰਦੇ ਨੇ ਮੇਰਾ ਇਹ ਸਵਾਲ ਹੈ ਕਿ ਇਹ ਮਨ ਬੜਾ ਕਿ ਜਾ ਸੋ ਮਨ ਮਾਨਿਆ। ਇਹ ਮਨ ਵੱਡਾ ਹੈ ਕਿ ਜਿਹਦਾ ਨਾਮ ਜਪਣ ਕਰਕੇ ਮਨ ਮੰਨ ਜਾਂਦਾ, ਉਹ ਵੱਡਾ। ਝਗੜਾ ਏਕ ਨਭੇਰੋ ਰਾਮ।
जो तुम अपने जन सो काम। क्या कमाल है, किस तर੍ਹਾਂ ਭਗਤਾਂ ਨੇ ਆਪਣੇ ਸ਼ੰਕੇ ਦੀ ਨਿਵਰਤੀ ਲਈ ਰੱਬ ਨੂੰ ਵੀ ਚੈਲੰਜ ਕਰ ਦਿੱਤਾ। ਆਖਿਆ ਜੇ ਮੈਨੂੰ ਤੁਸੀਂ ਆਪਣੀ ਭਗਤੀ ਵੀ ਜੋੜੀ ਰੱਖਣਾ ਚਾਹੁੰਦੇ ਹੋ ਤੇ ਮੇਰਾ ਇਹ ਸ਼ੰਕਾ ਨਿਵਰਤ ਕਰਨਾ ਕਰੋ। ਇਹ ਮਨ ਬੜਾ ਕਿ ਜਾ ਸੋ ਮਨ ਮਾਨਿਆ, ਰਾਮ ਬੜਾ ਕਹਿ ਰਾਮ ਮੈਂ ਜਾਣਿਆ। ਹੁਣ ਦੇਖੋ ਸਾਧ ਸੰਗਤ, ਪਹਿਲਾ ਰਾਮ ਜਿਹੜਾ ਸੀ ਉਹਦਾ ਮੰਮਾ ਮੁਕਤਾ ਹੈ, ਇੱਥੇ ਰਾਮ ਦੇ ਮੰਮੇ ਨੂੰ ਔਂਕੜ ਹੈ। ਇਹ ਬਹੁਤ ਬਰੀਕੀ ਵਾਲੀਆਂ ਗੱਲਾਂ ਹਨ। ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਂ ਕੁਰਬਾਨ ਜਾਈਏ। ਉੱਥੇ ਰਾਮ ਸੰਬੋਧਨ ਹੈ, ਇੱਥੇ ਰਾਮ ਨਾਉਨ ਹੈ। ਉੱਥੇ ਰਾਮ ਦਾ ਮੰਮਾ ਮੁਕਤਾ ਹੈ, ਇੱਥੇ ਰਾਮ ਦੇ ਮੰਮੇ ਨੂੰ ਔਂਕੜ ਹੈ। ਝਗੜਾ ਏਕ ਨਬੇਰੋ ਰਾਮ, ਜੋ ਤੁਮ ਆਪਣੇ ਜਨ ਸੋ ਕਾਮ। ਰਹਾਓ ਇਹ ਮਨ ਬੜਾ ਕਿ ਜਾ ਸੋ ਮਨ ਮਾਨਿਆ, ਰਾਮ ਬੜਾ ਕਹਿ ਰਾਮ ਮੈਂ ਜਾਣਿਆ। ਰਾਮ ਵੱਡਾ ਹੈ ਕਿ ਜਿਸਨੇ ਰਾਮ ਨੂੰ ਜਾਣ ਲਿਆ ਉਹ ਵੱਡਾ। ਜਿਸ ਨੇ ਰਾਮ ਦੀ ਹਸਤੀ ਨੂੰ ਸਮਝ ਲਿਆ, ਉਹਨੂੰ ਜਲ ਥਲ ਮਈਲ ਪੂਰਿਆ ਸੁਆਮੀ ਸਿਰਜਣਹਾਰ ਤੱਕ ਲਿਆ, ਉਹ ਵੱਡਾ। ਇਹ ਮੇਰਾ ਸ਼ੰਕਾ ਦੂਰ ਕਰੋ। ਬ੍ਰਹਮਾ ਬੜਾ ਕੇ ਜਾਸ ਉਪਾਇਆ। ਲੋਕ ਬ੍ਰਹਮਾ ਨੂੰ ਸਭ ਤੋਂ ਵੱਡਾ ਕਹਿ ਰਹੇ ਕਿ ਜੀ ਬ੍ਰਹਮਾ ਵੱਡਾ ਦੇਵਤਾ, ਸ੍ਰਿਸ਼ਟੀ ਪੈਦਾ ਕਰਦਾ, ਇਹ ਹੈ ਉਹ। ਨਹੀਂ, ਮੈਨੂੰ ਇਹ ਦੱਸੋ ਕਿ ਬ੍ਰਹਮਾ ਵੱਡਾ ਹੈ ਕਿ ਜਿਸ ਨੇ ਬ੍ਰਹਮਾ ਨੂੰ ਪੈਦਾ ਕੀਤਾ ਉਹ ਵੱਡਾ। ਵੇਦ ਬੜਾ ਕਿ ਜਹਾਂ ਤੇ ਆਇਆ। ਇਹ ਵੇਦ ਵੱਡਾ ਹੈ। ਗਿਆਨ ਵੱਡਾ ਹੈ ਕਿ ਜਿੱਥੋਂ ਇਹ ਗਿਆਨ ਆਇਆ ਉਹ ਵੱਡਾ। ਕਿਉਂਕਿ ਲੋਕ ਧਰਮ ਪੁਸਤਕਾਂ ਦੇ ਗਿਆਨ ਨੂੰ ਵੀ ਵੱਡਾ ਮੰਨਦੇ ਨੇ। ਕੋਈ ਆਂਦਾ ਨਹੀਂ ਬ੍ਰਹਮਾ ਜੀ ਵੱਡੇ। ਭਾਈ ਮੈਨੂੰ ਇਹ ਦੱਸੋ ਕਿ ਕਿਹੜਾ ਉਹ ਮਹਾਂਪੁਰਖ ਸਿਰ ਨਿਭਾਉਣ ਯੋਗ। ਮੈਨੂੰ ਜਦੋਂ ਤੀਕਰ ਇਹ ਤਸੱਲੀ ਨਾ ਹੋਵੇ ਮੇਰਾ ਮਨ ਟਿਕ ਨਹੀਂ ਸਕਦਾ। ਕੋਈ ਬ੍ਰਹਮਾ ਨੂੰ ਵੱਡਾ ਕਹਿ ਰਿਹਾ, ਕੋਈ ਸ਼ਿਵ ਜੀ ਨੂੰ ਵੱਡਾ ਕਹਿ ਰਿਹਾ, ਕੋਈ ਵਿਸ਼ਨੂੰ ਨੂੰ ਵੱਡਾ ਕਹਿ ਰਿਹਾ, ਕੋਈ ਵੇਦਾਂ ਨੂੰ ਵੱਡਾ ਕਹਿ ਰਿਹਾ। ਬ੍ਰਹਮਾ ਬੜਾ ਕੇ ਜਾਸ ਉਪਾਇਆ, ਵੇਦ ਬੜਾ ਕੇ ਜਹਾਂ ਤੇ ਆਇਆ। ਇਹ ਵੇਦ ਵੱਡਾ ਹੈ ਕਿ ਜਿੱਥੋਂ ਵੇਦ ਉਪਜਿਆ ਉਹ ਵੱਡਾ ਹੈ। ਬੜੇ ਡੂੰਘੇ ਸਵਾਲ ਕਰਕੇ ਭਗਤ ਜੀ ਫਿਰ ਆਪ ਹੀ ਕਿਰਪਾ ਕਰ। ਕਹਿੰਦੇ ਕਹਿ ਕਬੀਰ ਹਉ ਭਇਆ ਉਦਾਸ। ਸੱਚਮੁੱਚ ਜਦੋਂ ਚੱਲਦੇ ਰਾਹ ਵਿੱਚ ਕੋਈ ਰੁਕਾਵਟ ਪੈਦਾ ਹੋ ਜਾਏ ਤਾਂ ਰਾਹੀ ਨੂੰ ਇੱਕ ਵਾਰੀ ਤੇ ਬੜਾ ਝਟਕਾ ਲੱਗਦਾ, ਇੱਕ ਵਾਰੀ ਤੇ ਉਹਨੂੰ ਪਹਾੜ ਜਿੰਨੀ ਮੁਸ਼ਕਿਲ ਲੱਗਦੀ। ਤੇ ਜਦੋਂ ਤੀਕਰ ਉਹ ਮੁਸ਼ਕਿਲ ਦੂਰ ਨਹੀਂ ਹੁੰਦੀ, ਉਦੋਂ ਤੀਕਰ ਉਹਦੀ ਉਦਾਸੀ ਵੀ ਦੂਰ ਨਹੀਂ। ਤੋ ਕਹਿ ਕਬੀਰ ਹਉ ਭਇਆ ਉਦਾਸ। ਕਬੀਰ ਜੀ ਕਹਿੰਦੇ ਨੇ ਮੈਂ ਇਸ ਗੱਲ ਕਰਕੇ ਬੜਾ ਫਿਕਰਮੰਦ ਹੋ ਗਈ। ਤੀਰਥ ਬੜਾ ਕਿ ਹਰ ਕਾ ਦਾਸ। ਮੈਨੂੰ ਇਹ ਦੱਸੋ ਕਿ ਤੀਰਥ ਵੱਡਾ ਕਿ ਵਾਹਿਗੁਰੂ ਦਾ ਸੇਵਕ ਵੱਡਾ। ਇਸ ਸ਼ਬਦ ਦੀ ਰਾਹੀਂ ਕਬੀਰ ਜੀ ਨੇ ਧਾਰਮਿਕ ਰਸਤੇ ਵਿੱਚ ਵਾਪਰਨ ਵਾਲੇ ਕਈ ਭੁਲੇਖੇ ਦੂਰ ਕੀਤੇ ਹਨ। ਲੋਕ ਕਹਿੰਦੇ ਨੇ ਮੈਂ ਬ੍ਰਹਮ ਹਾਂ, ਮੈਂ ਰੱਬ ਹਾਂ। ਇਹ ਖਿਆਲ ਬੰਦੇ ਨੂੰ ਹਉਮੈ ਵੱਲ ਲੈ ਜਾਂਦਾ। ਇਸ ਮੈਂ ਨੂੰ, ਇਸ ਮਨ ਨੂੰ ਬੇਅੰਤ ਪ੍ਰਭੂ ਵਿੱਚ ਲੀਨ ਕਰਨਾ ਹੀ ਸਹੀ ਰਸਤਾ। ਤੇ ਪ੍ਰਭੂ ਨਾਲ ਮਿਲਾਪ ਤਦੋਂ ਹੀ ਸੰਭਵ ਹੋ ਸਕੇਗਾ ਜੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮੰਨਾਂਗੇ। ਅੱਜ ਸਾਡੀ ਹਾਲਤ ਬੜੀ ਤਰਸਯੋਗ। ਸਾਡੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗਿਆਨ ਦਾ ਖਜ਼ਾਨਾ ਭੰਡਾਰ ਮੌਜੂਦ ਹੈ, ਪਰ ਅਸੀਂ ਇਸ ਦੀ ਵਿਚਾਰ ਕਰਨ ਲਈ ਤਿਆਰ ਨਹੀਂ। ਕਿਉਂਕਿ ਮੈਂ ਦੇਖ ਰਿਹਾ
ਕਿ ਅੱਜ ਜਿਤਨੇ ਅਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਨੇ, ਜਿਹੜੇ ਸਾਡੇ ਕੇਂਦਰੀ ਅਸਥਾਨਾਂ 'ਤੇ 5-5 ਸਾਲਾਂ ਲਈ ਪਾਠ ਦੀ ਬੁਕਿੰਗ ਹੋ ਰਹੀ, ਵਾਰੀ ਨਹੀਂ ਮਿਲ ਰਹੀ। ਜਿਨ੍ਹਾਂ ਕੋਲ 4 ਪੈਸੇ ਹਨ ਉਹ ਪੈਸੇ ਜਮ੍ਹਾਂ ਕਰਾ ਕੇ ਬੜੇ ਖੁਸ਼ ਨੇ। ਜਦੋਂ ਉਹਨਾਂ ਨੂੰ ਚਿੱਠੀ ਰਾਹੀਂ ਹੁਕਮਨਾਮਾ ਮਿਲਦਾ ਬੜੇ ਖੁਸ਼ ਨੇ। ਹੋ ਸਕਦਾ ਕਈਆਂ ਨੂੰ ਮੇਰੀ ਗੱਲ ਨਾਲ ਸਹਿਮਤੀ ਨਾ ਹੋਵੇ, ਪਰ ਮੈਂ ਸੋਚਦਾ ਹਾਂ ਕਿ ਜਦੋਂ ਤੀਕਰ ਬਾਣੀ ਦਾ ਪਾਠ ਆਪ ਨਹੀਂ ਕਰਾਂਗੇ, ਜਦੋਂ ਤੀਕਰ ਬਾਣੀ ਦੀ ਵਿਚਾਰ ਨਾਲ ਆਪ ਨਹੀਂ ਜੁੜਾਂਗੇ, ਜਦੋਂ ਅਸੀਂ ਆਪਣੇ ਆਚਾਰ ਵਿਵਹਾਰ ਨੂੰ ਨਹੀਂ ਸਵਾਰਾਂਗੇ, ਸਾਨੂੰ ਕੀ ਲਾਭ ਹੋਵੇਗਾ? ਕੀ ਅਸੀਂ ਇਹ ਦਿਖਾਵਾ ਨਹੀਂ ਕਰ ਰਹੇ? ਖਿਮਾ ਕਰਨਾ, ਮੇਰਾ ਮਤਲਬ ਕਿਸੇ ਤੇ ਪਾਠ ਕਰਨ ਕਰਾਉਣ ਤੇ ਕਿੰਤੂ ਨਹੀਂ, ਪਰ ਇਹ ਗੱਲ ਮੈਂ ਜ਼ਰੂਰ ਕਹਿ ਸਕਦਾ ਹਾਂ ਕਿ ਬਾਣੀ ਦਾ ਪਾਠ ਆਪ ਕਰੀ, ਕਿਉਂਕਿ ਕਬੀਰ ਜੀ ਨੇ ਕਿਹਾ ਹੈ, ਆਖਿਆ ਮਨ ਸਮਝਾਵਨ ਕਾਰਨੇ ਕਛੂ ਕੋ ਪੜ੍ਹੀਏ ਕਿਆ। ਮਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨ ਕੋਇ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕਾ ਜੀਓ। ਇਹ मन ले जो उन मन रह, तो 3 लोक की बातें कह। कबीर जी ने बड़े सुंदर तरीके नाल साडी इस मुश्किल नूं हल कीता। आखिया जिस तरह असी पढ़ना नहीं जानते, स्कूल विच पढ़न जाते, पहले सानू पढ़ना आउंदा है, फिर असी जो कुछ पढ़ते हैं ਉਹਦੀ ਸਮਝ ਆਉਂਦੀ। ਇਸੇ ਤਰ੍ਹਾਂ ਮਨ ਸਮਝਾਵਨ ਕਾਰਨ ਕਛੁਕ ਪੜ੍ਹੀਏ ਕਿਆ। ਜਿਸ ਤਰ੍ਹਾਂ ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬਿਲਾਏ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋ ਕਰਮੈ ਨਾਸ। ਜਦੋਂ ਅਸੀਂ ਗੁਰੂ ਦੀ ਸੰਗਤ ਕਰਾਂਗੇ, ਜਦੋਂ ਅਸੀਂ ਗੁਰੂ ਦੇ ਦੱਸੇ ਰਾਹ 'ਤੇ ਚੱਲਾਂਗੇ, ਜਦੋਂ ਅਸੀਂ ਗੁਰੂ ਕੇ ਬਚਨਾਂ ਦੀ ਕਮਾਈ ਕਰਾਂਗੇ, ਬਸ ਸਾਡੇ ਸਾਰੇ ਭੁਲੇਖੇ ਦੂਰ ਹੋ ਜਾਣ। ਇਸੇ ਲਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਪਿਆਰਿਓ ਆਪਣਾ ਜੀਵਨ ਐਸਾ ਬਣਾਓ ਤੇ ਆਖੋ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ, ਕਹਿ ਕਬੀਰ ਹਉ ਭਇਆ ਉਦਾਸ। ਤੀਰਥ ਬੜਾ ਕੇ ਹਰ ਕਾ ਦਾਸ। ਆਖਿਆ ਜਿਹੜਾ ਦਾਸ ਬਣ ਕੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਮੰਨ ਕੇ ਆਪਣੇ ਜੀਵਨ ਵਿੱਚ ਕਮਾਉਂਦਾ ਹੈ, ਉਹ ਵੱਡਾ ਹੈ। ਇਸ ਲਈ ਇਸ ਵੱਡੇਪਨ ਨੂੰ ਪ੍ਰਾਪਤ ਕਰਨ ਲਈ ਹੀ ਬਾਰ-ਬਾਰ ਸਾਨੂੰ ਪ੍ਰੇਰਨਾ ਕੀਤੀ ਜਾਂਦੀ ਹੈ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਤੇ ਜਿਹੜਾ ਬਾਣੀ ਨੂੰ ਗਾਵੇਗਾ, ਜਿਹੜਾ ਬਾਣੀ ਦੀ ਵਿਚਾਰ ਕਰੇਗਾ, ਜਿਹੜਾ ਬਾਣੀ ਦੇ ਅਨੁਸਾਰ ਆਪਣਾ ਜੀਵਨ ਢਾਲ ਲਏਗਾ, ਉਹਨੂੰ ਸਮਝ ਆ ਜਾਏਗੀ ਕਿ ਸਭ ਤੋਂ ਵੱਡਾ ਹਰੀ ਦਾ ਦਾਸ ਹੈ। ਉਹ ਇਹਨਾਂ ਦਿਖਾਵੇ ਦੇ ਕਰਮਾਂ ਤੋਂ ਬਚ ਜਾਏਗਾ। ਫਿਰ ਧਿਆਨ ਨਾਲ ਸੁਣੋ,
झगड़ा एक नबेरो राम, जो तुम अपने जन सो काम। रहाओ ए मन बड़ा के जासो मन मानिया, राम बड़ा कह राम मैं जानिया। ब्रह्मा बड़ा के जास उपाया, वेद बड़ा के जहाँ ते आया। कह कबीर हाँ पया उदास, तीर्थ बड़ा के हर का दास। तो भगत जी ने सानू मार्गदर्शन किया है, भाई शब्द दी विचार करो, और असल तीर्थ सतगुरु है, जिस नाल प्यार करन दा सदका सानू ज्ञान की प्राप्ति होंदी है। क्योंकि गुरमत का सिद्धांत है, दीवा बले अंधेरा जाए। तो दीवा की है? ज्ञान। गुरु नानक देव पातशाह भी फरमाते हैं, भाई साडे कोल ये दीवा ते है, पर इहदे विच लोड़ है तेल दी, लोड़ है बत्ती दी। तेल कित्थों मिलेगा, बत्ती किवें जगेगी? आखिया पोथी पुराण कमाई है, भौ वट्टी इतन पाई है। सच बूझण आण जलाई है, ये तेल दीवा इਉਂ जले। जिन्हां नूं बाणी की सिक्ख्या चंगी लगेगी, उन्हां नूं ज्ञान रूपी दीवा जगेगा। इत तन लागै बाणीਆਂ, सुख होवै सेव कमाणीਆਂ। विच दुनिया सेव कमाईऐ, तां दरगाह बैसण पाईऐ। कहो नानक बाण लुढ़ाईऐ, उन्हां दा जीवन सफल होवेगा। ਜਿਹੜੇ ਫਿਰ ਗੁਰੂ ਦੇ ਕਹੇ ਅਨੁਸਾਰ ਪ੍ਰੈਕਟੀਕਲ ਕਰਨਗੇ, ਉਹਨਾਂ ਦੇ ਇਹ ਸਾਰੇ ਭੁਲੇਖੇ ਦੂਰ ਹੋ ਜਾਣ।